Good morning students. Today we will do second method, super profit method. In previous lecture we have covered average profit method. Today I will discuss with you super profit method. In this method, goodwill is calculated on the basis of surplus profits earned by a firm. Super ਇੱਕ ਤਾਂ ਕੋਈ ਵੀ ਪ੍ਰੋਫਿਟ ਹੈ, ਕੋਈ ਵੀ ਆਪਣੀ ਅਰਨਿੰਗ ਕੈਪੇਬਿਲਿਟੀ ਹੈ, ਉਹ ਨੋਰਮਲ ਹੁੰਦੀ ਹੈ ਅਤੇ ਇੱਕ ਹੁੰਦੀ ਹੈ ਸੁਪਰ। ਜੇ ਆਪਾਂ ਗੱਲ ਕਰੀਏ ਨੋਰਮਲ ਦੀ, ਕਿਵੇਂ ਜੇ ਆਪਾਂ ਐਗਜ਼ਾਮਪਲ ਦੇ ਥਰੂ ਸਮਝੀਏ ਵੀ ਜੇ ਇੱਕ ਫਰਮ ਦਾ ਟਾਰਗੇਟ ਸੀ 10 ਲੱਖ ਰੁਪੀਜ਼ ਪ੍ਰੋਫਿਟਸ ਐਟ ਦੀ ਐਂਡ ਆਫ ਈਅਰ, ਬਟ ਉਹਨੂੰ ਰਿਸੀਵ ਹੋਏ 12 ਲੱਖ ਰੁਪੀਜ਼, ਤਾਂ ਉਹ ਕੀ ਹੈ, ਉਹਦਾ 2 ਲੱਖ ਰੁਪੀਜ਼ ਕੀ ਨੇ, ਉਹਦੇ ਸੁਪਰ ਪ੍ਰੋਫਿਟ ਨੇ, ਜੋ ਉਸਦੇ ਕੀ ਨੇ ਐਕਸਟਰਾ ਐਫਰਟਸ ਦੇ ਕਰਕੇ ਜਾਂ ਫਿਰ ਹਾਰਡ ਵਰਕਿੰਗ ਕਰਕੇ ਉਸਨੂੰ ਅਚੀਵ ਹੋਏ ਨੇ। ਤਾਂ ਆਪਾਂ ਕਹਿ ਸਕਦੇ ਹਾਂ ਕਿ ਸੁਪਰ ਪ੍ਰੋਫਿਟ ਦਾ ਮਤਲਬ ਕੀ ਹੁੰਦਾ ਹੈ, ਐਕਸੈਸ ਪ੍ਰੋਫਿਟ ਜੋ ਇੱਕ ਫਰਮ ਕੀ ਕਰਦੀ ਹੈ, ਅਰਨ ਕਰਦੀ ਹੈ ਐਵਰੇਜ ਪ੍ਰੋਫਿਟਸ ਤੋਂ ਉੱਪਰ। If a business has no anticipated excess earning, it will have no goodwill. Anticipated ਕਿਹੜੇ ਹੁੰਦੇ ਨੇ ਵੀ ਜੋ ਐਮਰਜੈਂਸੀ ਲਾ ਲਓ, ਅਚਾਨਕ ਹੀ ਆ ਜਾਂਦੇ ਨੇ, ਠੀਕ ਹੈ, ਕੋਈ ਵੀ ਇਨਸੀਡੈਂਟਸ ਨੇ ਬਿਜ਼ਨਸ ਦੇ ਵਿੱਚ ਜੋ ਐਂਟੀਸਪੇਟਲੀ ਰਾਈਜ਼ ਹੋ ਜਾਂਦੇ ਨੇਗੇ, ਤਾਂ ਆਪਾਂ ਉਹਨਾਂ ਦੀ ਵਜ੍ਹਾ ਕਰਕੇ ਕੀ ਹੋ ਜਾਂਦਾ, ਸੁਪਰ ਪ੍ਰੋਫਿਟ ਹੋ ਜਾਂਦਾ। ਜੇ ਕੋਈ ਐਂਟੀਸਪੇਟਡ ਪ੍ਰੋਫਿਟਸ ਨਹੀਂ ਰਾਈਜ਼ ਹੁੰਦੇ ਤਾਂ ਕੋਈ ਵੀ ਸੁਪਰ ਪ੍ਰੋਫਿਟ ਨਹੀਂ ਹੁੰਦੇ, ਅਤੇ ਸੁਪਰ ਪ੍ਰੋਫਿਟ ਹੁੰਦੇ ਫਿਰ ਕੋਈ ਵੀ ਫਰਮ ਦੀ ਗੁੱਡਵਿਲ ਨਹੀਂ ਕ੍ਰੀਏਟ ਹੋ ਸਕਦਾ। ਆਪਾਂ ਕਹਿ ਸਕਦੇ ਹਾਂ ਕਿ ਸੁਪਰ ਪ੍ਰੋਫਿਟ ਕਿਹੜੇ ਪ੍ਰੋਫਿਟ ਹੁੰਦੇ ਨੇਗੇ, ਸੱਚ ਐਕਸੈਸ ਪ੍ਰੋਫਿਟਸ ਐਂਡ ਦਾ ਗੁੱਡਵਿਲ ਇਜ਼ ਕੈਲਕੂਲੇਟਡ ਔਨ ਦਾ ਬੇਸਿਸ ਆਫ ਸੁਪਰ ਪ੍ਰੋਫਿਟਸ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕੀ ਚਾਹੀਦਾ ਹੁੰਦਾ, ਐਕਚੁਅਲ ਪ੍ਰੋਫਿਟਸ ਚਾਹੀਦੇ। ਕਿਉਂਕਿ ਆਪਾਂ ਐਕਚੁਅਲ ਪ੍ਰੋਫਿਟ ਤੋਂ ਹੀ ਕੀ ਫਾਈਂਡ ਆਊਟ ਕਰ ਪਾਵਾਂਗੇ, ਸੁਪਰ ਪ੍ਰੋਫਿਟ ਫਾਈਂਡ ਆਊਟ ਕਰ ਪਾਵਾਂਗੇ। ਗੁੱਡਵਿਲ ਦੇ ਇਹਦੇ ਵਿੱਚ ਸੇਮ ਕੈਲਕੂਲੇਟ ਕਰਨੀ ਹੈ। ਐਵਰੇਜ ਪ੍ਰੋਫਿਟ ਦੇ ਵਿੱਚ ਤੁਸੀਂ ਕੀ ਕਰਦੇ ਸੀ, ਐਵਰੇਜ ਪ੍ਰੋਫਿਟ ਇੰਟੂ ਨੰਬਰ ਆਫ ਈਅਰ ਪਰਚੇਜ਼। ਇਸ ਦੇ ਵਿੱਚ ਤੁਸੀਂ ਕੀ ਕਰਨਾ, ਸੁਪਰ ਪ੍ਰੋਫਿਟ ਇੰਟੂ ਨੰਬਰ ਆਫ ਈਅਰ ਪਰਚੇਜ਼। ਜੇ ਆਪਾਂ ਗੱਲ ਕਰੀਏ ਸੁਪਰ ਪ੍ਰੋਫਿਟ ਦੀ, ਤਾਂ ਸੁਪਰ ਪ੍ਰੋਫਿਟ ਤੁਸੀਂ ਕੈਲਕੂਲੇਟ ਕਿਵੇਂ ਕਰਨਾ, ਸਭ ਤੋਂ ਪਹਿਲਾਂ ਤੁਸੀਂ ਐਕਚੁਅਲ ਪ੍ਰੋਫਿਟ ਕੱਢਣਾ, ਉਸ ਤੋਂ ਬਾਅਦ ਤੁਸੀਂ ਨੋਰਮਲ ਪ੍ਰੋਫਿਟ ਕੱਢਣਾ। ਐਕਚੁਅਲੀ ਮੀਨਸ ਤੁਹਾਡਾ ਟਾਰਗੇਟ ਕਿੰਨੇ ਦਾ ਸੀ, ਮਤਲਬ ਕਿੰਨੇ ਦਾ ਹੋਇਆ, ਅਤੇ ਨੋਰਮਲ ਕਿੰਨਾ, ਤਾਂ ਜਿਹੜਾ ਵੀ ਐਕਸੈਸ ਹੋਏਗਾ ਉਹ ਕੀ ਹੋ ਜਾਏਗਾ, ਤੁਹਾਡਾ ਸੁਪਰ ਪ੍ਰੋਫਿਟ ਹੋ ਜਾਏਗਾ। ਹੁਣ ਦੇਖੋ ਤੁਹਾਨੂੰ ਐਵਰੇਜ ਪ੍ਰੋਫਿਟ ਜਾਂ ਐਕਚੁਅਲ ਪ੍ਰੋਫਿਟ ਤਾਂ ਮੈਂ ਪ੍ਰੀਵੀਅਸ ਲੈਕਚਰ ਵਿੱਚ ਦੱਸ ਦਿੱਤਾ ਵੀ ਕਿਸ ਤਰ੍ਹਾਂ ਕੱਢਣੇ ਨੇ। ਐਵਰੇਜ ਪ੍ਰੋਫਿਟ ਜਾਂ ਐਕਚੁਅਲ ਪ੍ਰੋਫਿਟ ਕਿਵੇਂ ਕੈਲਕੂਲੇਟ ਕਰਨੇ ਹੁੰਦੇ ਨੇ, ਟੋਟਲ ਈਅਰਸ ਨੂੰ ਤੁਸੀਂ ਕੀ ਕਰ ਦੋਗੇ, ਸਮ ਅਪ ਕਰ ਦੋਗੇ। ਜੇ 5 ਈਅਰ ਦਾ ਡਾਟਾ ਦਿੱਤਾ ਜਾਂ 5 ਈਅਰ ਦੇ ਪ੍ਰੋਫਿਟ ਤੇ ਹੁੰਦਾ, ਸਮ ਅਪ ਕਰ ਦੋਗੇ, ਅਪੋਨ ਕਰ ਦੋਗੇ ਨੰਬਰ ਆਫ ਈਅਰ, ਤੁਹਾਡੇ ਕੋਲ ਕੀ ਆ ਜਾਏਗਾ, ਐਵਰੇਜ ਪ੍ਰੋਫਿਟ ਆ ਜਾਏਗਾ। ਬਟ ਹੁਣ ਤੁਹਾਨੂੰ ਸੁਪਰ ਪ੍ਰੋਫਿਟ ਦੇ ਲਈ ਇਕੱਲਾ ਐਵਰੇਜ ਪ੍ਰੋਫਿਟ ਨਹੀਂ ਚਾਹੀਦਾ, ਤੁਹਾਨੂੰ ਨਾਲ ਕੀ ਚਾਹੀਦਾ, ਨੋਰਮਲ ਪ੍ਰੋਫਿਟ ਵੀ ਚਾਹੀਦਾ। ਤਾਂ ਤੁਸੀਂ ਕੀ ਕਰਨਾ, ਨੋਰਮਲ ਪ੍ਰੋਫਿਟ ਦਾ ਫਾਰਮੂਲਾ ਜਿਹੜਾ ਤੁਸੀਂ ਇਹ ਯਾਦ ਕਰਨਾ ਹੈ, ਕੈਪੀਟਲ ਇਨਵੈਸਟਮੈਂਟ ਇੰਟੂ ਨੋਰਮਲ ਰੇਟ ਆਫ ਰਿਟਰਨ ਅਪੋਨ 100। ਦੇਖੋ ਸਭ ਤੋਂ ਪਹਿਲਾਂ ਤਾਂ ਐਵਰੇਜ ਪ੍ਰੋਫਿਟ ਕੀ ਹੁੰਦਾ ਹੈਗਾ, ਸਾਰੇ ਈਅਰਸ ਦੇ ਪ੍ਰੋਫਿਟ ਨੂੰ ਐਡ ਕਰਕੇ ਨੰਬਰ ਆਫ ਈਅਰ ਨਾਲ ਡਿਵਾਈਡ ਕਰਨਾ। ਫਿਰ ਤੁਹਾਡੇ ਕੋਲ ਕੀ ਹੈ, ਸੁਪਰ ਪ੍ਰੋਫਿਟ ਦਾ ਫਾਰਮੂਲਾ ਕੀ ਹੁੰਦਾ, ਐਵਰੇਜ ਪ੍ਰੋਫਿਟ ਮਾਈਨਸ ਨੋਰਮਲ ਪ੍ਰੋਫਿਟ। ਐਵਰੇਜ ਪ੍ਰੋਫਿਟ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਅਤੇ ਨੋਰਮਲ ਪ੍ਰੋਫਿਟ ਦਾ ਇੱਕ ਫਾਰਮੂਲਾ ਹੈ ਕੈਪੀਟਲ ਇਨਵੈਸਟਡ ਇੰਟੂ ਨੋਰਮਲ ਰੇਟ ਆਫ ਰਿਟਰਨ ਅਪੋਨ 100। ਇਹਦੇ ਨਾਲ ਤੁਹਾਡਾ ਕੀ ਆ ਜਾਏਗਾ, ਨੋਰਮਲ ਪ੍ਰੋਫਿਟ ਆ ਜਾਏਗਾ। ਹੁਣ ਦੇਖੋ ਆਪਣੇ ਕੋਲ ਕੀ ਨੇ, ਪ੍ਰੋਫਿਟਸ ਦਿੱਤੇ ਹੋਏ ਨੇ, ਕੈਪੀਟਲ ਇਨਵੈਸਟਡ ਕਿੰਨੀ ਹੈ ਆਪਣੀ 12 ਲੱਖ ਰੁਪੀਜ਼ ਦੀ ਹੈ, ਅਤੇ ਨੋਰਮਲ ਰੇਟ ਆਫ ਰਿਟਰਨ ਕਿੰਨਾ ਹੈ, 10% ਹੈ। ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕੈਲਕੂਲੇਟ ਕਰੋਗੇ, ਐਕਚੁਅਲੀ ਪ੍ਰੋਫਿਟ ਜਾਂ ਐਵਰੇਜ ਪ੍ਰੋਫਿਟ। ਦੈਨ ਤੁਹਾਨੂੰ ਕੀ ਚਾਹੀਦਾ, ਨੋਰਮਲ ਪ੍ਰੋਫਿਟ ਦਾ ਫਾਰਮੂਲਾ ਮੈਂ ਕੀ ਦੱਸਿਆ ਤੁਹਾਨੂੰ, ਕੈਪੀਟਲ ਇਨਵੈਸਟਡ ਇੰਟੂ ਨੋਰਮਲ ਰੇਟ ਆਫ ਰਿਟਰਨ। ਕੈਪੀਟਲ ਇਨਵੈਸਟਡ ਜਿੰਨੀ ਅਮਾਊਂਟ ਹੈ ਇੰਟੂ ਨੋਰਮਲ ਰੇਟ ਆਫ ਰਿਟਰਨ ਅਪੋਨ 100 ਕੀ ਆ ਜਾਏਗਾ, ਨੋਰਮਲ ਪ੍ਰੋਫਿਟ ਆ ਜਾਏਗਾ। ਹੁਣ ਤੁਹਾਡੇ ਕੋਲ ਐਵਰੇਜ ਪ੍ਰੋਫਿਟ ਵੀ ਹੈ, ਨੋਰਮਲ ਪ੍ਰੋਫਿਟ ਵੀ, ਕੀ ਕੱਢ ਲਓਗੇ ਤੁਸੀਂ, ਸੁਪਰ ਪ੍ਰੋਫਿਟ। ਤਾਂ ਸੁਪਰ ਪ੍ਰੋਫਿਟ ਕੀ ਹੁੰਦਾ, ਐਕਚੁਅਲ ਪ੍ਰੋਫਿਟ ਮਾਈਨਸ ਨੋਰਮਲ ਪ੍ਰੋਫਿਟ। ਜਦੋਂ ਸੁਪਰ ਪ੍ਰੋਫਿਟ ਆ ਗਿਆ ਤਾਂ ਗੁੱਡਵਿਲ ਦੀ ਵੈਲੂਏਸ਼ਨ ਕਰ ਲਓਗੇ, ਜਿਵੇਂ ਸੇਮ ਤੁਸੀਂ ਐਵਰੇਜ ਦੇ ਵਿੱਚ ਕਰਦੇ ਸੀ, ਐਵਰੇਜ ਪ੍ਰੋਫਿਟ ਇੰਟੂ ਨੰਬਰ ਆਫ ਈਅਰ ਪਰਚੇਜ਼ਸ, ਇਹ ਯਾਦ ਰੱਖਣਾ ਹੈ, ਸੇਮ ਸੁਪਰ ਪ੍ਰੋਫਿਟ ਇੰਟੂ ਨੰਬਰ ਆਫ ਈਅਰ ਪਰਚੇਜ਼ਸ। ਗੋਟ ਇਟ। ਦੈਨ ਆਪਾਂ ਨੈਕਸਟ ਕਲਾਸਟੇਸ਼ਨ ਹੋਰ ਕਰਦੇ ਹਾਂ ਇਸ ਦੇ ਰਿਲੇਟਡ ਹੀ। ਇਸ ਦੇ ਵਿੱਚ ਕੀ ਹੈ, ਤੁਹਾਨੂੰ ਐਵਰੇਜ ਨੈੱਟ ਪ੍ਰੋਫਿਟਸ ਦੇ ਰੱਖੇ ਨੇ 36,000 ਪਰ ਈਅਰ। ਦੇਖੋ ਮੈਂ ਵਾਰ ਕਹਿ ਰਹੀ ਹਾਂ ਵੀ ਅਮਾਊਂਟਸ ਮੇਰੀ ਬੁੱਕ ਦੇ ਵਿੱਚ ਚੇਂਜ ਹੋ ਸਕਦੇ ਨੇ, ਕਨਸੈਪਟ ਸੇਮ ਨੇ, ਬਟ ਤੁਸੀਂ ਕੀ ਕਰੋਗੇ, ਜਦੋਂ ਇੱਕ ਇਲਸਟ੍ਰੇਸ਼ਨਸ ਕਰਕੇ ਦੇਖੋਗੇ ਨਾ, ਟਰਾਈ ਐਪ ਤੋਂ ਸੋਲਵ ਕਰੋਗੇ, ਤਾਂ ਹੀ ਤੁਹਾਡੇ ਡਾਊਟਸ ਨੇ ਜਿਹੜੇ ਉਹ ਕ੍ਰੀਏਟ ਹੋਣਗੇ। ਦੈਨ ਦੇਖੋ ਐਵਰੇਜ ਪ੍ਰੋਫਿਟਸ ਨੇ ਦਿੱਤੇ ਹੋਏ ਨੇ, ਹੁਣ ਐਵਰੇਜ ਪ੍ਰੋਫਿਟ ਕੈਲਕੂਲੇਟ ਕਰਨ ਦੀ ਜ਼ਰੂਰਤ ਹੈ ਨਹੀਂ, ਕਿਉਂਕਿ ਆਪਾਂ ਨੂੰ ਗਿਵਨ ਨੇ ਕੁਐਸਚਨ ਦੇ ਵਿੱਚ। ਦੈਨ ਐਵਰੇਜ ਕੈਪੀਟਲ ਇੰਪਲਾਇਡ ਕਿਸ ਦੇ ਲਈ ਚਾਹੀਦਾ ਤੁਹਾਨੂੰ, ਨੋਰਮਲ ਪ੍ਰੋਫਿਟ ਕੈਲਕੂਲੇਟ ਕਰਨ ਦੇ ਲਈ, ਕਿੰਨੀ ਹੈ, 2 ਲੱਖ ਰੁਪੀਜ਼। ਤਾਂ ਕੈਪੀਟਲ ਇੰਪਲਾਇਡ ਇੰਟੂ ਨੋਰਮਲ ਰੇਟ ਆਫ ਰਿਟਰਨ ਅਪੋਨ 100 ਕੀ ਆ ਗਿਆ, ਨੋਰਮਲ ਪ੍ਰੋਫਿਟ ਆ ਗਿਆ। ਸੁਪਰ ਦੇ ਵਿੱਚ ਕੀ ਕਰੋਗੇ, ਐਕਚੁਅਲੀ ਮਾਈਨਸ ਨੋਰਮਲ, ਅੱਗੇ ਵੈਲੂਏਸ਼ਨ ਆਫ ਗੁੱਡਵਿਲ। ਤਾਂ ਇਹਦੇ ਕੀ ਕਰਨ, ਤੁਸੀਂ ਮੈਕਸੀਮਮ ਟੂ ਮੈਕਸੀਮਮ ਕੁਐਸਚਨ ਸੋਲਵ ਕਰਕੇ ਦੇਖਣੇ ਨੇ, ਜੇ ਕੋਈ ਵੀ ਡਾਊਟ ਹੋਇਆ ਤਾਂ ਪੁੱਛ ਲਿਓ।
ਇੱਕ ਇਲਸਟ੍ਰੇਸ਼ਨ ਤੁਹਾਨੂੰ ਮੈਂ ਇਸ ਦੀ ਹੋਰ ਕਰਵਾ ਦਿੰਦੀ ਹਾਂ। ਬਟ ਤੁਸੀਂ ਕੀ ਕਰਨੇ ਨੇ, ਜਿਵੇਂ ਪ੍ਰੀਵੀਅਸ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਵੀ ਐਵਰੇਜ ਪ੍ਰੋਫਿਟ ਦੇ ਇਲਸਟ੍ਰੇਸ਼ਨਸ ਕਰੋ, ਪ੍ਰੈਕਟੀਕਲਸ ਕਰੋ। ਹੁਣ ਤੁਸੀਂ ਕੀ ਕਰਨਾ, ਮੈਂ ਸੁਪਰ ਪ੍ਰੋਫਿਟ ਤੁਹਾਨੂੰ ਦੱਸਦੇ, ਫਾਰਮੂਲੇ ਦੱਸਦੇ ਵੀ ਸੁਪਰ ਪ੍ਰੋਫਿਟ ਲਈ ਦੋ ਚੀਜ਼ਾਂ ਚਾਹੀਦੀਆਂ ਨੇ, ਐਕਚੁਅਲ ਤੇ ਨਾਰਮਲ। ਐਕਚੁਅਲ ਤੁਹਾਨੂੰ ਪਤਾ ਹੈ, ਨਾਰਮਲ ਤੁਹਾਨੂੰ ਅੱਜ ਦੱਸ ਦਿੱਤਾ ਫਾਰਮੂਲਾ ਵੀ ਕੈਪੀਟਲ ਇੰਪਲਾਈਡ ਇਨਟੂ ਨਾਰਮਲ ਰੇਟ ਆਫ ਰਿਟਰਨ ਅਪੋਨ 100। ਤਾਂ ਇਹ ਸਾਰੇ ਕੁਐਸਚਨ ਤੁਸੀਂ ਸੋਲਵ ਆਊਟ ਕਰਕੇ ਵੇਖ ਲਿਓ। ਇੱਕ ਇਲਸਟ੍ਰੇਸ਼ਨ ਆਪਾਂ ਹੋਰ ਕਰਦੇ ਹਾਂ, ਗੁੱਡਵਿਲ ਤਾਂ ਹੁਣ ਕੈਲਕੂਲੇਟ ਕਰਨੀ ਹੈ, ਸੁਪਰ ਪ੍ਰੋਫਿਟ ਇਨਟੂ 4 ਈਅਰਸ ਪਰਚੇਜ਼। ਹੁਣ ਦੇਖੋ ਸੁਪਰ ਪ੍ਰੋਫਿਟ ਚਾਹੀਦੇ ਨੇ ਤੁਹਾਡੇ ਕੋਲ, ਇਹਦੇ ਲਈ ਐਵਰੇਜ ਪ੍ਰੋਫਿਟ ਵੀ ਨਹੀਂ ਹੈਗੇ, ਕੈਪੀਟਲ ਇੰਪਲਾਇਡ ਵੀ ਨਹੀਂ ਹੈਗੀ। ਤਾਂ ਜਦੋਂ ਕੈਪੀਟਲ ਇੰਪਲਾਇਡ ਨਹੀਂ ਹੈਗੀ ਫਿਰ ਸੁਪਰ ਪ੍ਰੋਫਿਟ ਕਿਵੇਂ ਕੱਢੋਗੇ ਤੁਸੀਂ? ਗੁੱਡਵਿਲ ਤਾਂ ਹੈਗੀ ਹੈ, ਗੁੱਡਵਿਲ ਨੂੰ ਰੱਖ ਲਓਗੇ ਇਕੁਅਲ ਸੁਪਰ ਪ੍ਰੋਫਿਟ ਇਨਟੂ ਨੰਬਰ ਆਫ ਈਅਰ ਪਰਚੇਜ਼, ਤਾਂ ਤੁਹਾਡੇ ਕੋਲ ਸੁਪਰ ਪ੍ਰੋਫਿਟ ਆ ਜਾਣਗੇ। ਨਾਰਮਲ ਪ੍ਰੋਫਿਟ ਤੁਹਾਨੂੰ ਪਤਾ ਵੀ ਕੈਪੀਟਲ ਇੰਪਲਾਇਡ ਇਨਟੂ ਨਾਰਮਲ ਰੇਟ ਆਫ ਰਿਟਰਨ, ਤਾਂ ਇਹ ਸੇਮ ਤੁਹਾਡਾ ਕੀ ਆ ਜਾਏਗਾ, ਕੁਐਸਚਨ ਆ ਜਾਏਗਾ। ਤਾਂ ਆਪਾਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ ਨੈਕਸਟ ਕੁਐਸਚਨਸ। ਥੈਂਕ ਯੂ।